जिस पे आप विचाई कोई आन के मिलावे, मेरा प्रीतम प्यारा कोई आन के मिलावे। मेरा प्रीतम प्यारा बाणी स्वामी जी महाराज शब्द 12वां। सतसंग करत बहुत दिन बीते, अब तो छोड़ पुरानी बान। सतसंग करत बहुत दिन बीते, अब तो छोड़ पुरानी बान। ये बाणी स्वामी जी महाराज दी है। हजूर स्वामी जी महाराज सतसंग के बारे फरमा रहे हैं। असी सारी दुनिया सतसंग कर रहे हैं। कोई वेद पढ़ रहा, कोई पुराण पढ़ रहा, कोई सिमरतियाँ पढ़ रहा, कोई कुरान पढ़ रहा। हर एक इंसान सतसंग कर रहा है। पर स्वामी जी फरमाउंदे है, कोई पुरानी रस्म नूं छड्डिया है, पुराने ख्यालों की कोई तब्दीली की है। सतसंग करत बहुत दिन बीते, दिन साढ़े बीत गए, जिंदगी बीत गई, कोई साढ़े विचों तब्दीली हुई है। असी सिर्फ ये देखना है कि जिस चीज़ के पिछे अस लगे हैं, जिस चीज़ नूं असीं सुणदे हां करदे हां, जो कुछ उहदे विच संतां महापुरखां ने लिखिया है, क्या साडे 'च कोई असर होया? साडे अंदर जिहड़ियां बीमारियां ने, कोई इन्हां 'च फर्क पिया है? जे कोई फर्क पिया ही नहीं, इहदा मतलब ये सतसंग असीं सुनिया ही नहीं, सानू कोई असर नहीं होया। एक लफ्ज भी महापुरखां दा साढ़े अंदर बैठ जाए तो वो भी समय पर सानू उहदे फायदे का पता लगेगा कि कितना फायदा होंदा है। हजूर कई बार चोर की साखी सुनाउंदे हुंदे सी। कोई चोर मर लगा, उहदे पुत ने पुछया कि पिता जी मैं तुहाडे बाद की काम करना है? चोर ने उही दसना ही जो आप काम करता सी। पुत काम तो तू भी यही करना है, पर एक दो गल मेरी याद रखना। एक तो संतां महापुरखां की बाणी कोई सुननी नहीं, एक चोरी करके मननी नहीं। भावें जान भी चला जाए। कुदरती चोर जदों जवान होया, किधरे चोरी करने वास्ते गया, उहदे पिछे बाहर पै गई। नसदा भजदा एक गली च वड़िया, गली च अगे एक चौंक आया, उत्थे कथा हो रही थी। बाणी विच आया कि देवी देवतियां दे परछावें नहीं होंदे। चोर ने कहा सी अगर कोई मौका ऐसा मिले तो कन्ना च उंगलां दे लेनी है।
ਉਸਨੇ ਕੰਨਾਂ 'ਚ ਉਂਗਲਾਂ ਦੇ ਦਿੱਤੀਆਂ ਸੀ, ਮੇਰੇ ਅੰਦਰ ਕੋਈ ਲਫ਼ਜ਼ ਨਾ ਵੜ ਜਾਏ, ਪਰ ਪੈਰ ਨੂੰ ਕੰਡਾ ਲੱਗ ਗਿਆ। ਹੁਣ ਕੰਡਾ ਦੇ ਹੱਥ ਨਾਲ ਹੀ ਕੱਢਣਾ ਸੀ। ਜਦੋਂ ਕੰਡਾ ਕੱਢਣ ਲੱਗਾ, ਇਹ ਲਫ਼ਜ਼ ਅੰਦਰ ਵੜ ਗਿਆ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਚੋਰ ਆਪਣੇ ਘਰ ਚਲਾ ਗਿਆ। ਜਿਹਦੇ ਚੋਰੀ ਹੋਈ ਹਾਕਮ ਦੇ, ਉਸਨੇ ਬਹੁਤ ਸਾਰੇ ਚੋਰਾਂ ਨੂੰ ਫੜਾਇਆ, ਪਰ ਚੋਰੀ ਦਾ ਕੋਈ ਖੋਜ ਖਰਾ ਨਹੀਂ ਲੱਭਾ। ਹਵੇ ਕੁੱਟਣਾ ਮੰਗਾਈਆਂ ਕਿ ਸਾਨੂੰ ਚੋਰ ਦਾ ਕੋਈ ਪਤਾ ਲੈ ਦਿਓ। ਉਸਨੇ ਮੰਗਤ ਦਾ ਰੂਪ ਬਣਾ ਲਿਆ, ਘਰ ਘਰ ਮੰਗਣਾ ਸ਼ੁਰੂ ਕਰ ਦਿੱਤਾ। ਜਦ ਚੋਰ ਦੇ ਘਰ ਜਾਵੇ ਤੋ ਬਰਤਨ ਵੀ ਚੰਗਾ ਪਵੇ, ਮਾਂ ਪੁੱਤ ਦੋਵੇਂ ਵਿਹਲੇ। ਹਵੇ ਕੁੱਟਣ ਨੇ ਇਹ ਤਜਰਬਾ ਕੀਤਾ ਕਿ ਇਹੀ ਚੋਰ ਹੈ। ਪੁਲਿਸ ਦੀ ਮਦਦ ਲੈ ਕੇ ਉਹਨੂੰ ਬੁਲਾ ਲਿਆ, ਜੇਲ੍ਹ ਵਿੱਚ ਲੈ ਗਏ। ਜੇਲ੍ਹ ਵਿੱਚ ਵੀ ਮਾਰ ਕੁੱਟ ਹੋਣਾ ਸ਼ੁਰੂ ਹੋ ਗਈ, ਪਰ ਚੋਰ ਮੰਨੇ ਨਾ। ਆਖਿਰ ਅਫਸਰ ਨੇ ਕਿਸੇ ਕਿਹਾ ਕਿ ਤੂੰ ਕਿਸੇ ਗਰੀਬ ਨੂੰ ਤਾਂ ਨਹੀਂ ਮਰਵਾ ਰਹੀ, ਇਹ ਤਾਂ ਮੰਨਦਾ ਨਹੀਂ। ਉਸਨੇ ਕਿਹਾ ਮੈਨੂੰ ਇੱਕ ਲੱਛਣ ਹੋਰ ਕਰ ਲੈਣ ਦਿਓ। ਦੇਵੀ ਦਾ ਰੂਪ ਬਣਾ ਲਿਆ, 2 ਬਾਹਾਂ ਸਹੀ ਸੀ, 2 ਬਾਹਾਂ ਨਕਲੀ ਲਾ ਲਈਆਂ, ਹੱਥ ਵਿੱਚ ਮਸਾਲਾ ਬਾਲ ਕੇ ਫੜ ਲਈਆਂ, ਜੇਲ੍ਹ ਵਿੱਚ ਚਲਾ ਗਈ। ਚੋਰ ਉੱਠ ਕੇ ਖੜਾ ਹੋ ਗਿਆ ਕਿ ਦੇਵੀ ਭਵਾਨੀ ਆਈ ਏ। ਦੇਵੀ ਨੇ ਕਿਹਾ, ਦੇਖ ਬੇਟਾ, ਮੈਂ ਆਪਣਾ ਆਸਨ ਛੱਡ ਕੇ ਤੇਰੇ ਪਾਸ ਆਈ ਹਾਂ। ਤੇਰਾ ਦੁੱਖ ਦੇਖ ਕੇ ਮੈਂ ਆਈ ਹਾਂ। ਜੇ ਤੂੰ ਚੋਰੀ ਕੀਤੀ ਹੈ ਤਾਂ ਵੀ ਦੱਸ ਦੇ, ਨਹੀਂ ਕੀਤੀ ਤਾਂ ਵੀ ਦੱਸ ਦੇ, ਮੈਂ ਤੈਨੂੰ ਛੁਡਾ ਦਿੰਦੀ। ਚੋਰ ਦੱਸਣ ਵਾਸਤੇ ਤਿਆਰ ਹੋ ਗਿਆ, ਪਰ ਜਦ ਪਿੱਛੇ ਦੇਖਿਆ ਤਾਂ ਉਹਦਾ ਪਰਛਾਵਾਂ ਸੀ। ਹੁਣ ਚੋਰ ਨੇ ਸੋਚਿਆ ਕਿ ਸੰਤ ਮਹਾਂਪੁਰਖ ਜੋ ਦੁਨੀਆ 'ਤੇ ਆਏ, ਰਿਸ਼ੀ ਮੁਨੀ ਆਏ ਹੈ, ਉਹਨਾਂ ਦੀਆਂ ਜੋ ਬਾਣੀਆਂ, ਜੋ ਵਚਨ ਨੇ, ਉਹ ਵੀ ਝੂਠੇ ਨਹੀਂ ਹੋ ਸਕਦੇ। ਇਹ ਦੇਵੀ ਦਾ ਨਹੀਂ, ਇਹ ਪਰਛਾਵਾਂ ਹੈ, ਕੋਈ ਦੇਵੀ ਨਹੀਂ ਹੈ, ਮੇਰੇ ਨਾਲ ਛਲ ਹੋ ਰਿਹਾ। ਕਹਿਣ ਲੱਗਾ, ਮਾਤਾ ਦੇਖੋ, ਅਸੀਂ ਤੁਹਾਡੇ ਹੀ ਆਸਰੇ ਤੁਰੀ ਫਿਰਦੇ ਹਾਂ, ਮੈਂ ਚੋਰੀ ਨਹੀਂ ਕੀਤੀ, ਇਹ ਮੈਨੂੰ ਨੱਕ ਮਰਵਾ ਰਹੇ। ਮਕਸਦ ਕੀ ਕਿ ਚੋਰ ਨੂੰ ਛੱਡ ਦਿੱਤਾ। ਚੋਰ ਨੇ ਸੋਚਿਆ ਕਿ ਇੱਕ ਲਫ਼ਜ਼ ਮੈਂ ਮਹਾਂਪੁਰਖਾਂ ਦਾ ਸੁਣਿਆ ਹੈ, ਤਾਂ ਪਤਾ ਨਹੀਂ ਮੈਨੂੰ ਕਿਤਨੀ ਜੇਲ੍ਹ ਮਿਲਣੀ ਸੀ ਜਾਂ ਕੀ ਹੋਣਾ ਅਤੇ ਕੀ ਨਹੀਂ ਹੋਣਾ। ਇੱਕ ਲਫ਼ਜ਼ ਨੇ ਮੈਨੂੰ ਛੁਡਾ ਦਿੱਤਾ ਹੈ, ਜੇ ਬਹੁਤ ਸਾਰੇ ਸੁਣਾ ਤੇ ਕੀ ਬਣ ਜਾਵਾਂ। ਚੋਰ ਚੋਰੀ ਛੱਡ ਕੇ ਹਮੇਸ਼ਾ ਦਾ ਭਗਤ ਬਣ ਗਿਆ। ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾ ਰਿਹਾ ਹੈ ਕਿ ਸਤਸੰਗ ਕਰਤ ਬਹੁਤ ਦਿਨ ਬੀਤੇ। ਜ਼ਿੰਦਗੀ ਸਾਡੀ ਬੀਤ ਚੱਲੀ ਹੈ, ਅਸੀਂ ਕੋਈ ਤਜਰਬਾ ਕੀਤਾ ਹੈ, ਕੋਈ ਆਪਣੇ ਆਪ 'ਚ ਸੋਚਿਆ ਹੈ ਕਿ ਸਾਡੀ ਕੋਈ ਤਬਦੀਲੀ ਹੋਈ ਹੈ ਕਿ ਨਹੀਂ। ਮਹਾਂਪੁਰਖ ਜੋ ਸਾਨੂੰ ਬਾਣੀ 'ਚ ਦੱਸਦੇ ਹੈ, ਕਿਆ ਕੋਈ ਨਾ ਕੋਈ ਰੁਪਈਏ 'ਚ ਪੈਸਾ ਹੀ ਫਰਕ ਪਿਆ ਸਾਡੇ ਅੰਦਰ ਕਿ ਨਹੀਂ ਪਿਆ, ਇਹ ਅਸੀਂ ਵਿਚਾਰ ਕਰਨੀ ਹੈ। ਹਾਂਜੀ। ਸਤ ਸੰਗ ਕਰਤ ਬਹੁਤ ਦਿਨ ਬੀਤੇ, ਅਬ ਤੋ ਛੋੜ ਪੁਰਾਣੀ ਬਾਨ, ਕਬ ਲਗ ਕਰੋ ਕੁਟਿਲਤਾ ਗੁਰ ਸੇ, अब तो गुर को लो पहचान। स्वामी जी महाराज बड़े प्यार दे नाल फरमा रहे है
ਕਾਬਲਗ ਕਰੋ ਕੁਟਲਤਾ ਗੁਰ ਸੇ। ਆਪ ਕਹਿੰਦੇ ਆ ਜਲਦੀ ਤੋਂ ਜਲਦੀ ਤੂੰ ਸਤਿਗੁਰ ਦੀ ਪਛਾਣ ਕਰ ਲੈ। ਇਹ ਠੀਕ ਜੋ ਸੰਤ ਮਹਾਂਪੁਰਖ ਬਾਣੀ 'ਚ ਫਰਮਾ ਰਹੇ ਆ, ਪੱਥਰ ਤੇ ਲੀਕ ਹੈ। ਅਗਰ ਅਸੀਂ ਸਤਿਗੁਰ ਦੀ ਪਛਾਣ ਕਰ ਲਈਏ ਤਾਂ ਸਾਡੀ ਬੇੜੀ ਪਾਰ ਹੋ ਜਾਏ, ਸਭ ਕੁਝ ਸਾਨੂੰ ਮਿਲ ਜਾਏ, ਲੇਕਿਨ ਸਾਨੂੰ ਉਹ ਸਮਾਂ ਸਾਡੇ 'ਤੇ ਨਹੀਂ ਆਉਂਦਾ, ਨਾ ਅਸੀਂ ਉਹ ਸਮਾਂ ਲਿਆਉਂਦੇ ਹਾਂ, ਨਾ ਸਤਿਗੁਰ ਜੋ ਸਾਨੂੰ ਕਹਿੰਦਾ ਮਿਹਨਤ ਕਰਦੇ ਹਾਂ। ਮਿਹਨਤ ਦੇ ਨਾਲ ਬਾਕੀ ਵੀ ਹਰ ਇੱਕ ਚੀਜ਼ ਦੀ ਹੁੰਦੀ ਹੈ, ਹਰ ਇੱਕ ਚੀਜ਼ ਦੀ ਮਿਹਨਤ ਨਾਲ ਬਾਕੀ ਵੀ ਹੁੰਦੀ ਹੈ। ਜੋ ਸੰਤ ਸਾਨੂੰ ਦੱਸਦੇ ਆ ਅਸੀਂ ਮਿਹਨਤ ਕਰੀਏ ਅਤੇ ਉਸ ਨੂੰ ਅੰਦਰ ਦੇਖ ਲਈਏ, ਫਿਰ ਸਾਡੀ ਬਾਗ ਵੀ ਹੋ ਸਕਦੀ ਹੈ, ਫਿਰ ਸਾਡੀ ਪੂਰੀ ਪਛਾਣ ਹੋ ਸਕਦੀ ਹੈ। ਜਿਨ੍ਹਾਂ ਮਹਾਂਪੁਰਖਾਂ ਨੇ ਮਿਹਨਤ ਕੀਤੀ ਉਹਨਾਂ ਅੰਦਰ ਦੇਖ ਲਿਆ। ਜਦੋਂ ਅੰਦਰ ਦੇਖਿਆ ਕਿ ਸਭ ਕੁਝ ਜੋ ਕੁਝ ਹੋ ਰਿਹਾ ਇਹ ਆਪ ਕਰ ਰਹੇ, ਉਹਨਾਂ ਨੂੰ ਪੂਰੀ ਪਛਾਣ ਹੋ ਗਈ। ਦੁਨੀਆ ਇੱਕ ਪਾਸੇ 'ਤੇ ਹੋ ਜਾਏ ਲੇਕਿਨ ਉਹ ਨਹੀਂ ਹੁੰਦੇ, ਉਹ ਜਿੱਥੇ ਕਦਮ ਰੱਖਦੇ ਆ ਉੱਥੋਂ ਅੱਗੇ ਪਿੱਛੇ ਨਹੀਂ ਕਰਦੇ। ਉਹਨਾਂ ਦਾ ਪਿਆਰ ਜਿੱਥੇ ਹੁੰਦਾ ਉਸ ਪਿਆਰ ਨੂੰ ਕਦੀ ਤੋੜਦੇ ਨਹੀਂ, ਕਿਉਂਕਿ ਉਹ ਦੇਖ ਲੈਂਦੇ। ਸੰਤਾਂ ਮਹਾਂਪੁਰਖਾਂ ਨੇ ਜਿਨ੍ਹਾਂ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ, ਉਹਨਾਂ ਆਪਣੇ ਸਤਿਗੁਰ ਦੀ ਪਛਾਣ ਕਰ ਲਈ। ਅਸੀਂ ਉੱਪਰ ਉੱਪਰ ਸਤਿਗੁਰ ਨੂੰ ਗਾਉਂਦੇ ਹਾਂ, ਵਿੱਚੋਂ ਨਹੀਂ। ਵਿੱਚ ਸਾਡੇ ਮਾਣ ਤਰਾਣ ਹੰਕਾਰ ਕੋਈ ਨਾ ਕੋਈ ਖਾਸ਼ ਸਾਨੂੰ ਲਈ ਫਿਰਦੀ ਹੈ। ਸਾਰੀਆਂ ਖਾਸ਼ਾਂ ਬੰਦੇ ਦੀਆਂ ਪੂਰੀਆਂ ਨਹੀਂ ਹੁੰਦੀਆਂ, ਜੇ ਪੂਰੀਆਂ ਵੀ ਹੋ ਜਾਣ ਤਾਂ ਅਸੀਂ ਮੰਨਦੇ ਹੀ ਨਹੀਂ। ਅਸੀਂ 10-15 ਹੋਰ ਅੱਗੇ ਰੱਖੀਆਂ ਹੁੰਦੀਆਂ ਨੇ, ਇੱਕ ਪੂਰੀ ਹੋ ਜਾਏ 10-15 ਹੋਰ ਅੱਗੇ ਬਣਾ ਕੇ ਰੱਖੀਆਂ ਹੁੰਦੀਆਂ ਨੇ। ਅਸੀਂ ਕਹਿੰਦੇ ਹਾਂ ਕਿ ਸਭ ਕੁਝ ਪੂਰੀਆਂ ਹੋ ਜਾਏ। ਹਜ਼ੂਰ ਕਹਿੰਦੇ ਆ ਜੋ ਤੇਰਾ ਕਰਮ ਹੈ, ਜਿਤਨੀ ਕਿ ਤੂੰ ਸਾਂਭ ਸਕਦਾ ਹੈ ਉਤਨਾ ਸਤਿਗੁਰ ਤੈਨੂੰ ਦਿੰਦਾ ਹੈ। ਕਈ ਵਾਰ ਹਜ਼ੂਰ ਫਰਮਾਉਂਦੇ ਹੁੰਦੇ ਸੀ ਲੱਖਾਂ ਰੁਪਏ ਕਈਆਂ ਦੇ ਬੋਝਿਆਂ ਦੇ ਵਿੱਚ ਪਏ ਰਹਿੰਦੇ ਜੇਬਾਂ 'ਚ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਅਸੀਂ ਲੱਖਾਂ ਛੋੜੀਏ 100 ਵੀ ਸਾਡੇ ਜੇਬ 'ਚ ਹੋਵੇ ਉਹ ਵੀ ਪੜਕਦਾ ਫਿਰਦਾ ਸਾਨੂੰ, ਅਸੀਂ ਉਹ ਸਮਾਉਂਦਾ ਨਹੀਂ ਸਾਡੇ 'ਚ, ਕਿਉਂਕਿ ਸਾਡਾ ਓਨਾ ਹੀ ਹਿਰਦਾ ਨਹੀਂ ਬਣਿਆ। ਜਿਨ੍ਹਾਂ ਮਹਾਂਪੁਰਖਾਂ ਦੇ ਅੰਦਰ ਉਹ ਨਾਮ ਦੀ ਕਮਾਈ, ਉਹ ਸ਼ਕਤੀ, ਉਹ ਤਾਕਤ ਆ ਗਈ, ਉਹਨਾਂ ਦੇ ਅੰਦਰ ਉਹ ਖਾਨਾ ਵੀ ਓਨਾ ਹੀ ਬਣ ਜਾਂਦਾ ਹੈ। ਉਹ ਚੀਜ਼ ਨੂੰ ਉਹ ਬਰਦਾਸ਼ਤ ਕਰਦੇ ਹੈ। ਅਸੀਂ ਰਾਤ ਵੇਲੇ ਜੇ ਕੋਈ ਸੁਪਨੇ ਵਿੱਚ ਹੀ ਸਤਿਗੁਰ ਦਾ ਹੀ ਸਰੂਪ ਦੇਖਦੇ ਹਾਂ ਜਾਂ ਮਿਹਰ ਹੁੰਦੀ ਸਤਿਗੁਰ ਦੀ ਸਾਡੇ ਸਾਹਮਣੇ ਕੋਈ ਅਸੀਂ ਚਾਨਸ ਆ ਜਾਂਦਾ ਹੈ, ਅਸੀਂ ਸਵੇਰੇ ਹੀ ਦੱਸਣਾ ਸ਼ੁਰੂ ਕਰ ਦਿੰਦੇ ਹਾਂ ਸਾਰਿਆਂ ਨੂੰ। ਸਾਡੇ ਕੋਲੋਂ ਖੁਸ਼ੀ ਥਮਾਉਂਦੀ ਹੀ ਨਹੀਂ, ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ। ਪਰ ਸੰਤਾਂ ਦੇ ਅੰਦਰ ਸਭ ਕੁਝ ਹੁੰਦਾ ਹੈ, ਉਹ ਬਰਦਾਸ਼ਤ ਕਰਦੇ ਹੈ। ਉਹਨਾਂ ਦੇ ਅੰਦਰ ਉਹ ਖਾਨਾ ਬਣਿਆ ਹੈ ਰੱਖਣ ਦਾ। ਅਸੀਂ ਇਸ ਵਾਸਤੇ ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ ਕਿ ਸਤਸੰਗ ਕਰਤ ਬਹੁਤ ਦਿਨ ਬੀਤੇ ਹੈ ਕਿ ਤੂੰ ਆਪਣੀਆਂ ਕੋਈ ਆਦਤਾਂ ਛੱਡੀਆਂ ਨੇ, ਕੋਈ ਪੁਰਾਣੇ ਖਿਆਲਾਤ ਜਿਹੜੇ ਬਦਲੇ ਹੈ, ਬਿਮਾਰੀਆਂ ਜਿਹੜੀਆਂ ਤੈਨੂੰ ਲੱਗੀਆਂ ਨੇ ਉਹਨਾਂ 'ਚ ਕੋਈ ਫਰਕ ਪਿਆ ਹੈ। ਸੋ ਜਦ ਅਸੀਂ ਸੋਚਦੇ ਹਾਂ ਤਾਂ ਸਾਡੇ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ, ਕੋਈ ਫਰਕ ਨਜ਼ਰ ਨਹੀਂ ਆਉਂਦਾ। ਸਵਾਮੀ ਜੀ ਮਹਾਰਾਜ ਦੇ ਸ਼ਬਦ ਦੇ ਵਿੱਚ ਸਾਨੂੰ ਬੜੇ ਤਰੀਕੇ ਨਾਲ ਸਮਝਾਉਣਗੇ ਕਿ ਕੀ ਤੂੰ ਕਰ ਰਿਹਾ ਔਰ ਕੀ ਕਰਨਾ ਚਾਹੀਦਾ ਹੈ। ਹਾਂਜੀ। ਕਬ ਲਗ ਕਰੋ ਕੁਟਲਤਾ ਗੁਰ ਸੇ, ਅਬ ਤੋ ਗੁਰ ਕੋ ਪਹਿਚਾਨ।
को तुम मानुख मत जानो, वे है सत पुरुष की जान। जिन्हां महापुरखां ने दिन रात कमाई की है और सतगुर नूं देख लिया, ਉਹੀ ਬਾਣੀ ਉਹਨਾਂ 'ਤੇ ਘਟਦੀ ਹੈ, ਉਹੀ ਬਾਣੀ 'ਚ ਸਮਝਦੇ ਹੈ। ਅਸੀਂ ਜੀਵ ਨਹੀਂ ਸਮਝ ਸਕਦੇ। ਮਹਾਰਾਜ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਤਿਗੁਰ ਨੂੰ ਕੀ ਕਿਹਾ ਹੈ? ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ। ਉਹਨਾਂ ਨੇ ਆਪਣੇ ਸਤਿਗੁਰ ਨੂੰ ਸਿਰਫ ਸਤਿਗੁਰ ਨਹੀਂ ਕਿਹਾ, ਉਹਨਾਂ ਇੱਕ ਪਰਮੇਸ਼ਰ ਦਾ ਰੁਤਬਾ ਦਿੱਤਾ ਹੈ, ਈਸ਼ਵਰ ਦਾ ਰੁਤਬਾ ਦਿੱਤਾ ਹੈ। ਔਰ ਉਹਨਾਂ ਦੀ ਪੂਜਾ ਕਰੀਏ ਮਨੋ ਤਨੋਂ ਪਿਆਰ ਦੇ ਨਾਲ। ਉਹਨਾਂ ਦੀ ਅਸੀਂ ਪੂਜਾ ਕੀ ਕਰਨੀ ਹੈ? ਉਹ ਸਾਨੂੰ ਜੋ ਵੀ ਕੰਮ ਦੱਸਦੇ ਹੈ ਉਹ ਸਾਡੀ ਪੂਜਾ ਹੈ। ਉਹ ਸਾਨੂੰ ਕੀ ਦੱਸਦੇ ਹੈ ਕਿ ਭਾਈ ਭਜਨ ਸਿਮਰਨ ਕਰ ਔਰ ਸਾਧ ਸੰਗਤ ਦੀ ਸੇਵਾ ਕਰ। ਉਹ ਸਾਨੂੰ ਕੋਈ ਮਾੜਾ ਕਰਮ ਨਹੀਂ ਦੱਸਦੇ, ਮਾੜੇ ਕਰਮਾਂ ਤੋਂ ਹਟਾਉਣਗੇ, ਅੱਛੇ ਕਰਮ ਦੱਸਣਗੇ। ਇਹ ਸਤਿਗੁਰ ਦੀ ਪੂਜਾ ਹੈ। ਗੁਰ ਕੀ ਪੂਜਾ ਸਭ ਕੀ ਪੂਜਾ, ਗੁਰ ਸਮਾਨ ਨਾ ਸਮਝੋ ਦੂਜਾ। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਜੋ ਵੀ ਤੈਨੂੰ ਉਹ ਕੰਮ ਦੱਸਦੇ ਆ ਉਸ ਨੂੰ ਮਨੋ ਤਨੋਂ ਕਰੋ, ਪਿਆਰ ਨਾਲ ਕਰੋ, ਤਦ ਉਹਦੇ ਵਿੱਚੋਂ ਫਾਇਦਾ ਮਿਲੇਗਾ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਦੁਨੀਆ ਦੇ ਬਾਹਰਲੇ ਕੰਮ ਜਿਹੜੇ ਅਸੀਂ ਸਮਝਦੇ ਹਾਂ, ਅਗਰ ਇਹਨਾਂ ਨੂੰ ਵੀ ਅਸੀਂ ਪਿਆਰ ਨਾਲ ਨਹੀਂ ਕਰਦੇ ਤਾਂ ਇਹਨਾਂ ਵਿੱਚੋਂ ਸਾਨੂੰ ਕੋਈ ਫਾਇਦਾ ਨਹੀਂ ਮਿਲਦਾ। ਇਹਨਾਂ ਦੇ ਕੰਮਾਂ ਦੇ ਵਿੱਚ ਵੀ ਸਾਨੂੰ ਬੜੇ ਸਬਰ ਸੰਤੋਖ ਦੀ ਜ਼ਰੂਰਤ ਹੈ। ਕੋਈ ਦੁਕਾਨਦਾਰ ਦੁਕਾਨਦਾਰੀ ਕਰਦਾ ਹੈ, ਸਾਰੀ ਦਿਨ ਸਬਰ ਸੰਤੋਖ ਨਾਲ ਬੈਠਾ ਰਹਿੰਦਾ ਹੈ, ਗਾਹਕ ਆਵੇ ਜਾਂ ਨਾ ਆਵੇ, ਲੇਕਿਨ ਉਸ ਨੂੰ ਮਿਹਨਤ ਕਰਨਾ ਪੈਂਦੀ ਹੈ, ਬੈਠਣਾ ਪੈਂਦਾ ਹੈ, ਵਿਸ਼ਵਾਸ ਰੱਖਣਾ ਪੈਂਦਾ ਹੈ। ਹੋ ਸਕਦਾ ਹੈ ਸ਼ਾਮ ਵੇਲੇ ਸਾਰੀ ਦਿਹਾੜੀ ਦਾ ਸੌਦਾ ਇੱਕ ਬੰਦਾ ਲੈ ਜਾਏ, ਇਹ ਵੀ ਕੋਈ ਪਤਾ ਨਹੀਂ। ਇਸੇ ਤਰ੍ਹਾਂ ਸਾਨੂੰ ਵੀ ਵਿਸ਼ਵਾਸ ਰੱਖਣਾ ਪੈਂਦਾ ਹੈ, ਮਿਹਨਤ ਕਰਨਾ ਪੈਂਦੀ। ਜੋ ਸਤਿਗੁਰ ਦੱਸੇ ਪਤਾ ਨਹੀਂ ਉਹ ਕਿਹੜਾ ਟਾਈਮ ਆ ਜਾਣਾ ਹੈ, ਕਿਸ ਟਾਈਮ ਦੇ ਵਕਤ ਉਹ ਸਾਡੀ ਮਜ਼ਦੂਰੀ ਸਾਨੂੰ ਮਿਲ ਜਾਣੀ ਹੈ। ਸਮੇਂ ਦੀ ਕੋਈ ਡੇਟ ਨਹੀਂ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਇੱਕ ਗੱਲ ਬੰਦੇ ਦੀ 24 ਘੰਟਿਆਂ 'ਚ ਸੱਚੀ ਹੁੰਦੀ ਹੈ। ਕਿਸੇ ਗਰੀਬ ਬੰਦੇ ਨੇ ਸੁਣਿਆ, ਉਸਨੇ ਤਾਂਬਾ ਲਿਆ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੋਨਾ ਹੋ ਜਾ, ਸੋਨਾ ਹੋ ਜਾ, ਸੋਨਾ ਹੋ ਜਾ। ਸਾਰੀ ਦਿਨ ਕਹਿੰਦਾ ਰਿਹਾ। ਜਦ ਸੋਨਾ ਹੋਣ ਦੀ ਵਾਰੀ ਆਈ, ਇੱਕੋ ਹੀ ਲਫ਼ਜ਼ ਸੀ ਅਤੇ ਕਹਿੰਦਾ ਕੰਜਰਾ ਸੋਨਾ ਨਹੀਂ ਬਣਦਾ, ਲੋਹਾ ਹੀ ਬਣ ਜਾ। ਅਤੇ ਲੋਹਾ ਬਣ ਗਿਆ। ਉਹ ਲੋਹਾ ਬਣ ਗਿਆ ਕਿਉਂਕਿ ਅੱਕ ਗਿਆ, ਥੱਕ ਗਿਆ। ਬਾਣੀ 'ਚ ਸੰਤ ਕਹਿੰਦੇ ਆ, ਤੁਰ ਜਾ ਤੁਰ, ਅੱਕ ਨਾ ਥੱਕ ਨਾ, ਵਿਸ਼ਵਾਸ ਰੱਖ। ਤੂੰ ਕਦੀ ਵੀ ਥੱਕ ਨਾ, ਆਲਸ ਨਾ ਕਰ ਅਤੇ ਵਿਸ਼ਵਾਸ ਰੱਖ। ਪਤਾ ਨਹੀਂ ਕਿਹੜਾ ਸਮਾਂ ਆ ਜਾਏ, ਕਿਹੜੀ ਘੜੀ ਆ ਜਾਏ, ਕਿਹੜੀ ਰਾਤ ਆ ਜਾਏ, ਕਿਹੜਾ ਦਿਨ ਆ ਜਾਏ। ਜੋ ਸੰਤ ਸਾਨੂੰ ਸਮਝਾਉਂਦੇ ਹੈ, ਇਹ ਉਹਨਾਂ ਦੇ ਬਚਨ ਜਿਹੜੇ ਪੱਥਰ 'ਤੇ ਲੀਕ ਹੈ। ਗੁਰੂ ਸਾਹਿਬ ਜੀ ਫਰਮਾ ਰਹੇ, ਸਤਿਗੁਰ ਦੇ ਨਾਲ ਤੂੰ ਕੁਟਲਤਾ ਕਰਦਾ, ਜੋ ਕਹਿੰਦਾ ਹੈ ਸੋ ਕਰਦਾ ਨਹੀਂ। ਕਹਿੰਦਾ ਜ਼ਰੂਰ ਹੈ ਲੇਕਿਨ ਕਰਦਾ ਨਹੀਂ। ਇਹ ਠੀਕ ਸਾਡੀ ਹਾਲਤ ਇੱਦਾਂ ਦੀ ਹੈ, ਅਸੀਂ ਕਹਿੰਦੇ ਜ਼ਰੂਰ ਹਾਂ ਲੇਕਿਨ ਉਹ ਕਰਦੇ ਨਹੀਂ। ਅਸੀਂ ਜੇ ਕਰੀਏ ਤਾਂ ਸਾਨੂੰ ਜਲਦੀ ਤੋਂ ਜਲਦੀ ਫਾਇਦਾ ਮਿਲ ਸਕਦਾ ਹੈ। ਹਾਂਜੀ। ਗੁਰ ਕੋ ਮਾਨੁਖ ਮਤ ਜਾਨੋ, ਵੇ ਹੈ
ਸਤ ਪੁਰਸ਼ ਕੀ ਜਾਨ। ਸੰਤ ਜਦੋਂ ਵੀ ਕੋਈ ਕਿਸੇ ਵੀ ਜੀਵ ਨੂੰ ਸਮਝਾਉਂਦੇ ਹੈ ਤਾਂ ਉਹ ਡਾਇਰੈਕਟ ਨਹੀਂ ਸਮਝ ਸਕਦਾ, ਉਹਨੂੰ ਬਾਹਰ ਦੀਆਂ ਮਿਸਾਲਾਂ ਦੇ ਦੇ ਕੇ ਸਮਝਾਉਂਦੇ ਆ। ਹਜ਼ੂਰ ਕਈ ਵਾਰ ਸਤਸੰਗ 'ਚ ਫਰਮਾਉਂਦੇ ਹੁੰਦੇ ਸੀ, ਜਦੋਂ ਕੋਈ ਕਿਸੇ ਪੌਦੇ ਨੂੰ ਲਗਾਉਂਦਾ ਹੈ ਫਲਦਾਰ ਨੂੰ, ਤੇ ਉਹਦਾ ਨਜ਼ਰੀਆ ਉਹਦੇ ਫਲ ਵੱਲ ਧਿਆਨ ਪਹਿਲਾਂ ਹੀ ਚਲਾ ਜਾਂਦਾ। ਅਜੇ ਉਸ ਪੌਦੇ ਨੂੰ ਜ਼ਮੀਨ 'ਚ ਲਗਾਇਆ ਹੈ, ਲੇਕਿਨ ਉਸ ਦੇ ਫਲ ਵੱਲ ਧਿਆਨ ਉਸ ਲਾਉਣ ਵਾਲੇ ਦਾ ਚਲਾ ਜਾਂਦਾ ਹੈ। ਫਲ ਮਿਲਿਆ ਨਹੀਂ, ਲੇਕਿਨ ਧਿਆਨ ਉਹਦਾ ਚਲਾ ਗਿਆ ਉੱਥੇ। ਇਸੇ ਤਰ੍ਹਾਂ ਸਾਡਾ ਵੀ ਧਿਆਨ ਜਿਹੜਾ ਹੈ, ਅਸੀਂ ਸਤਿਗੁਰ ਦੀ ਸ਼ਰਨ ਵਿੱਚ ਆਉਣਾ ਹੈ, ਔਰ ਜਿਸ ਚੀਜ਼ ਦੀ ਸਾਨੂੰ ਹਦਾਇਤ ਹੁੰਦੀ ਹੈ ਜਾਂ ਜੋ ਸਾਨੂੰ ਉਹ ਸਮਝਾਉਂਦੇ ਹੈ ਤੈਨੂੰ ਇਹ ਦੌਲਤ ਮਿਲ ਜਾਏਗੀ, ਸਾਡਾ ਧਿਆਨ ਵੀ ਉੱਥੇ ਟਿਕਟੀ ਲੱਗਣੀ ਚਾਹੀਦੀ। ਬੈਠੇ ਅਸੀਂ ਭਾਵੇਂ ਇੱਥੇ ਹਾਂ, ਲੇਕਿਨ ਧਿਆਨ ਸਾਡਾ ਉੱਥੇ ਪਹੁੰਚਣਾ ਚਾਹੀਦਾ। ਤਾਂ ਇੱਕ ਦਿਨ ਜ਼ਰੂਰ ਸਾਨੂੰ ਉਹ ਚੀਜ਼ ਮਿਲ ਜਾਂਦੀ ਹੈ। ਕਿਸੇ ਪੌਦੇ ਦਾ ਜਦੋਂ ਅਸੀਂ ਧਿਆਨ ਰੱਖਦੇ ਹਾਂ ਉਸੇ ਫਲ ਦਾ, ਤਾਂ ਇੱਕ ਦਿਨ ਫਲ ਅਸੀਂ ਉਹਦਾ ਲੈ ਹੀ ਲੈਂਦੇ ਹਾਂ, ਉਹਦੀ ਸੇਵਾ ਕਰਦੇ ਹਾਂ। ਸੇਵਾ ਵਿੱਚ ਅਸੀਂ ਕੋਈ ਫਰਕ ਨਹੀਂ ਰੱਖਦੇ। ਜ਼ਮੀਨ ਦੀ ਸੇਵਾ ਕਰਦੇ ਹਾਂ ਤਾਂ ਸਾਡਾ ਧਿਆਨ ਉਹਦੇ ਫਲ ਵੱਲ, ਜੋ ਵੀ ਕਣਕ ਚੌਲ ਜਾਂ ਜੋ ਕੁਛ ਹੁੰਦਾ ਉਹਦੇ ਵਿੱਚ ਨਜ਼ਰੀਆ ਹੁੰਦਾ, ਸਾਡਾ ਧਿਆਨ ਉਸ ਪਾਸੇ ਚਲਾ ਜਾਂਦਾ ਹੈ। ਇਹ ਬੜੀਆਂ ਗੋਝ ਗੱਲਾਂ ਨੇ, ਇਹਨਾਂ ਨੂੰ ਅਸੀਂ ਸਮਝਣਾ ਹੈ ਕਿ ਜਦ ਅਸੀਂ ਕਿਸੇ ਜ਼ਮੀਨ ਦੀ ਸੇਵਾ ਕਰਦੇ ਹਾਂ ਤਾਂ ਧਿਆਨ ਸਾਡਾ ਕਣਕ ਚੌਲ ਵੱਲ ਜਾਂਦਾ ਹੈ, ਜਾਂ ਸਬਜ਼ੀ ਦਾ ਧਿਆਨ ਹੋਏਗਾ ਤਾਂ ਸਬਜ਼ੀ ਵੱਲ ਜਾਏਗਾ। ਇਸੇ ਤਰ੍ਹਾਂ ਸਤਿਗੁਰ ਵੀ ਜਦੋਂ ਸਾਨੂੰ ਕੋਈ ਹਦਾਇਤ ਦਿੰਦਾ ਹੈ, ਸਮਝਾਉਂਦਾ ਹੈ, ਜੋ ਸਾਨੂੰ ਸਮਝਾਉਂਦਾ ਸਾਡਾ ਧਿਆਨ ਉਸ ਪਾਸੇ ਡਾਇਰੈਕਟ ਜਾਣਾ ਚਾਹੀਦਾ, ਔਰ ਇੱਕ ਦਿਨ ਜ਼ਰੂਰ ਸਾਨੂੰ ਉਹ ਚੀਜ਼ ਮਿਲ ਜਾਏਗੀ। ਇਹ ਨਹੀਂ ਕਿ ਨਹੀਂ ਮਿਲੇਗੀ। ਹਾਂਜੀ। ਜੈਸੇ ਤੈਸੇ ਮਨ ਸਮਝਾਓ, ਧਰ ਪ੍ਰਤੀਤ ਕਰੋ ਉਨ ਧਿਆਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਜਿਸ ਤਰੀਕੇ ਨਾਲ ਹੋ ਸਕਦਾ ਹੈ ਤੁਸੀਂ ਮਨ ਨੂੰ ਸਮਝਾਓ ਔਰ ਪ੍ਰਤੀਤ ਕਰੋ, ਉਧਰ ਧਿਆਨ ਰੱਖੋ, ਉਸ ਪਾਸੇ ਦੇ ਧਿਆਨ ਆਪਣਾ ਲੈ ਜਾਓ ਜੋ ਵੀ ਤੁਹਾਨੂੰ ਸਤਿਗੁਰ ਕਹਿੰਦਾ ਹੈ। ਹਜ਼ੂਰ ਬਹੁਤ ਵਾਰ ਇੱਕ ਉਮਰ ਕਹਿੰਦੇ ਹੁੰਦੇ ਸੀ ਕਿ ਵਿਸ਼ਵਾਸ, ਅਸੀਂ ਇੱਕ ਦਰਖਤ 'ਤੇ ਵਿਸ਼ਵਾਸ ਰੱਖ ਲਿਆ, ਹੋ ਸਕਦਾ ਹੈ ਹਨੇਰੀ ਨਾਲ ਦਰਖਤ ਹੀ ਟੁੱਟ ਜਾਏ, ਲੇਕਿਨ ਅਸੀਂ ਤਾਂ ਵਿਸ਼ਵਾਸ ਰੱਖਦੇ ਹਾਂ ਨਾ। ਸਾਨੂੰ ਇਹ ਨਹੀਂ ਪਤਾ ਦਰਖਤ ਟੁੱਟ ਜਾਏਗਾ, ਦਰਖਤ ਖਤਮ ਹੋ ਜਾਏਗਾ, ਲੇਕਿਨ ਸਾਡਾ ਵਿਸ਼ਵਾਸ ਤਾਂ ਹੁੰਦਾ ਹੈ ਨਾ। ਇਸੇ ਤਰ੍ਹਾਂ ਤੁਸੀਂ ਜਿਸ ਤਰੀਕੇ ਨਾਲ ਵੀ ਹੋ ਸਕਦਾ ਹੈ ਆਪਣੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਬੇਵਿਸ਼ਵਾਸੀ ਨਾ ਕਰੋ, ਔਰ ਵਿਸ਼ਵਾਸ ਕਰੋ, ਔਰ ਉਸ ਪਾਸੇ ਧਿਆਨ ਰੱਖੋ ਜੋ ਸਤਿਗੁਰ ਦੱਸਦਾ ਹੈ। ਦੇਖੋ ਕਿਹੜੀ ਗੋਝ ਗੱਲ ਹੈਗੀ, ਕਿਹੜੀ ਗੁਪਤ ਗੱਲ ਹੈਗੀ ਹੈ। ਹਾਂਜੀ। ਜੈਸੇ ਤੈਸੇ ਮਨ ਸਮਝਾਓ, ਧਰ ਪ੍ਰਤੀਤ ਕਰੋ ਉਨ ਧਿਆਨ। ਦਇਆ ਮਿਹਰ ਸੇ ਬਚਨ ਸੁਨਾਵੇ, ਵੇ ਹੈ ਪੂਰਨ ਪੁਰਸ਼ ਨਾਮ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਉਹ ਸੰਤ ਮਹਾਂਪੁਰਖ ਜਦ ਵੀ ਦੁਨੀਆ 'ਤੇ ਆਉਂਦੇ ਹੈ ਉਹ ਬੜੀ ਦਇਆ ਅਤੇ ਮਿਹਰ ਦੇ ਨਾਲ ਸਾਨੂੰ ਸਮਝਾਉਂਦੇ। ਉਹਨਾਂ ਨੂੰ ਸਾਡਾ ਤਰਸ ਹੈ, ਉਹ ਸਾਨੂੰ ਆਪਣਾ ਸਮਝਦੇ ਹੈ। ਹੋਰ ਕੋਈ ਵੀ ਕਿਸੇ ਜਮਾਤ ਵਿੱਚ ਚਲੇ ਜਾਓ, ਕਿਸੇ ਬੰਦੇ ਕੋਲ ਬੈਠੋ, ਕੋਈ ਵੀ ਨੇਕ ਪਾਕ ਸਲਾਹ ਦੇਣ ਵਾਸਤੇ ਤਿਆਰ ਨਹੀਂ ਹੈ। ਅਗਰ ਨੇਕ ਪਾਕ ਸਲਾਹ ਦਿੰਦੇ ਹੈ ਤਾਂ ਸੰਤ ਮਹਾਂਪੁਰਖ ਦਿੰਦੇ। ਕਿਉਂ? ਉਹਨਾਂ ਨੂੰ ਸਾਡਾ ਤਰਸ ਹੈ, ਦਰਦ ਹੈ। ਉਹ ਸਾਨੂੰ ਪਿਆਰ ਨਾਲ ਸਮਝਾਉਣਗੇ ਕਿ ਭਾਈ
ਇਸ ਕੰਮ ਨੂੰ ਛੱਡ ਦੇ, ਜੋ ਤੂੰ ਕਰ ਰਿਹਾ ਇਹਨੂੰ ਛੱਡ ਦੇ, ਆਹ ਤੈਨੂੰ ਜਿਹੜਾ ਅਸੀਂ ਦੱਸਦੇ ਹਾਂ ਉਹ ਕਰ, ਉਸ ਕੰਮ ਨੂੰ ਕਰ ਜਿਹਦੇ ਵਿੱਚੋਂ ਤੈਨੂੰ ਫਾਇਦਾ ਮਿਲੇ। ਜੋ ਗੁਰੂ ਸਾਹਿਬ ਦੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ। ਹਾਂਜੀ। दया मेहर से बचन सुनावे, वे है पूरन पुरुष अनाम। तरी देह मानुख की गुर ने, ज्यों त्यों तेरा करे कल्याण। ਗੁਰੂ ਸਾਹਿਬ ਜੀ ਇਹ ਵੀ ਇਸ ਦਾ ਭਰਮ ਦੂਰ ਕਰ ਰਹੇ ਹੈ ਕਿ ਉਸ ਮਾਲਕ ਨੇ ਇੱਕ ਮਨੁੱਖ ਜਨਮ ਦਾ ਰੂਪ ਧਾਰ ਕੇ ਉਹ ਤੇਰਾ ਕਲਿਆਣ ਕਰਨ ਵਾਸਤੇ ਆਇਆ। ਬਾਣੀ 'ਚ ਲਿਖਿਆ, ਜਿਨ ਤੁਝ ਭੇਜਿਆ ਤਿਨੇ ਬੁਲਾਇਆ। ਜਿਸ ਮਾਲਕ ਨੇ ਤੈਨੂੰ ਭੇਜਿਆ ਉਹੀ ਤੈਨੂੰ ਮਨੁੱਖ ਜਨਮ ਦੇ ਵਿੱਚ ਬੁਲਾਉਣ ਵਾਸਤੇ ਆਇਆ। ਸੁਖ ਸਹਿਜ ਛੇਤੀ ਕਰ ਆਓ। ਸਾਈਂ ਬੁੱਲੇ ਸ਼ਾਹ ਨੇ ਬਾਣੀ 'ਚ ਫਰਮਾਇਆ ਹੈ ਕਿ ਮੌਲਾ ਆਦਮ ਬਣ ਕਰ ਆਇਆ। ਉਹ ਖੁਦਾ ਪਰਮਾਤਮਾ ਜਿਹੜਾ ਹੈ ਉਹ ਆਦਮੀ ਦੇ ਰੂਪ ਵਿੱਚ ਆਇਆ। ਇੱਕ ਫਕੀਰ ਨੇ ਲਿਖਿਆ, ਜੇਕਰ ਚਾਹੇ ਉਸ ਮੌਲਾ ਨੂੰ ਹਰ ਜਗ੍ਹਾ ਹਰ ਥਾਈਂ, ਦੇਖ ਸੂਰਤ ਬੰਦੇ ਦੀ ਮੂਰਖ ਜਿਸ ਵਿੱਚ ਵਸਦਾ ਸਾਈਂ। ਜੇ ਤੂੰ ਉਹਨੂੰ ਚਾਹੁੰਦਾ ਹੈ, ਦੇਖਣਾ ਹੈ, ਚਾਹੁੰਦਾ ਹੈ ਹਰ ਜਗ੍ਹਾ, ਤੇ ਬੰਦੇ ਨੂੰ ਦੇਖ ਲੈ। ਜਦੋਂ ਦੇਖੇਗਾ ਤੈਨੂੰ ਉਹ ਨਜ਼ਰ ਆਏਗਾ। ਇਹ ਵੀ ਸਾਡੇ ਭਰਮ ਸੰਤ ਦੂਰ ਕਰਦੇ ਹੈ। ਅਸੀਂ ਮਨੁੱਖ ਚੋਲੇ ਵਿੱਚ ਹੀ ਫਸੇ ਹਾਂ ਕਿ ਇਹ ਵੀ ਮਨੁੱਖ ਆ, ਮੈਂ ਵੀ ਮਨੁੱਖ ਹਾਂ, ਦੂਸਰਾ ਵੀ ਮਨੁੱਖ ਹੈ। ਸਾਨੂੰ ਇਹਨਾਂ ਕੀ ਦੇਣਾ ਹੈਗਾ? ਕੀ ਸਾਨੂੰ ਕਹਿ ਸਕਦੇ ਹੈ? ਕੀ ਦੱਸ ਸਕਦੇ ਹੈ? ਪਰ ਅਸੀਂ ਕੰਮ ਨਹੀਂ ਦੇਖਦੇ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਘਰ ਦੇ 4-5 ਮੈਂਬਰ ਹੁੰਦੇ ਹੈ। ਇੱਕ ਲੜਕਾ ਕੋਈ ਡਾਕਟਰੀ ਕੋਰਸ ਕਰ ਲੈਂਦਾ ਹੈ, ਕੋਈ ਲੜਕਾ ਟੀਚਰ ਦਾ ਕੋਰਸ ਕਰ ਲੈਂਦਾ ਹੈ, ਕੋਈ ਪਟਵਾਰੀ ਦਾ ਕਰ ਲੈਂਦਾ ਹੈ, ਅਲੱਗ-ਅਲੱਗ ਕੋਰਸ ਕਰ ਲੈਂਦੇ ਹੈ। ਅਗਰ ਸਾਨੂੰ ਜਦੋਂ ਜ਼ਮੀਨ ਦੀ ਨਿਸ਼ਾਨਦੇਹੀ ਲੈਣੀ ਹੈ ਆਪਣੀ ਪੱਕੀ, ਤਾਂ ਸਾਨੂੰ ਪਟਵਾਰੀ ਪਾਸ ਹੀ ਜਾਣਾ ਪੈਂਦਾ ਹੈ, ਡਾਕਟਰ ਪਾਸ ਨਹੀਂ ਜਾਣਾ ਪੈਂਦਾ। ਅਗਰ ਸਾਨੂੰ ਬਿਮਾਰੀ ਲੱਗਦੀ ਹੈ ਤਾਂ ਸਾਨੂੰ ਡਾਕਟਰ ਪਾਸ ਹੀ ਜਾਣਾ ਪਏਗਾ, ਸਾਨੂੰ ਪਟਵਾਰੀ ਪਾਸ ਨਹੀਂ ਜਾਣਾ ਪਏਗਾ। ਜੇ ਅਸੀਂ ਕਹੀਏ ਕਿ ਇਹ ਵੀ ਬੰਦਾ ਤੇ ਇਹ ਵੀ ਬੰਦਾ ਹੈ, ਤਾਂ ਸਾਡੇ ਕੰਮ ਤੇ ਹੋ ਨਹੀਂ ਸਕਦੇ। ਕਿਉਂ? ਉਸ ਨੇ ਬੰਦਾ ਹੈ ਲੇਕਿਨ ਉਹਨੇ ਕੋਰਸ ਕੀਤਾ, ਜਿਹੜਾ ਕੋਰਸ ਕੀਤਾ ਅਸੀਂ ਨਹੀਂ ਕਰ ਸਕਦੇ। ਸਾਨੂੰ ਆਪਣੀ ਜ਼ਮੀਨ ਦਾ ਪਤਾ ਹੀ ਨਹੀਂ ਸਾਡੀ ਕੀ ਹੈਗੀ। ਉਹ ਪਟਵਾਰੀ ਨੂੰ ਪਤਾ ਹੈ ਕਿ ਇਹਦੇ ਕਿੰਨੇ ਨੰਬਰ ਹੈ, ਕਿਹੜਾ ਨੰਬਰ ਹੈ, ਕਿੰਨੇ ਕਰਮ ਹੈ, ਕਿੰਨੇ ਫੁੱਟ ਹੈਗਾ। ਡਾਕਟਰ ਨੂੰ ਸਾਡੀ ਹਰ ਇੱਕ ਨਾੜ ਦਾ ਪਤਾ ਹੈ, ਦੂਸਰੇ ਨੂੰ ਨਹੀਂ ਪਤਾ, ਖੇਤੀਬਾੜੀ ਕਰਨ ਵਾਲੇ ਨੂੰ ਨਹੀਂ ਪਤਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਬਾਣੀ ਜੀ ਜੋ ਫਰਮਾ ਰਹੇ ਠੀਕ ਫਰਮਾ ਰਹੇ ਹੈ ਕਿ ਅਸੀਂ ਸਾਰੇ ਹੀ ਮਨੁੱਖ ਹਾਂ, ਪਰ ਉਸ ਮਾਲਕ ਨੇ ਜਿਸ ਦਾ ਕੋਰਸ ਕਰਾ ਲਿਆ, ਜਿਸ ਨੂੰ ਸਮਝਾ ਲਿਆ ਹੈ, ਉਹ ਵੀ ਮਨੁੱਖ ਹੈ, ਅਸੀਂ ਵੀ ਮਨੁੱਖ ਹਾਂ। ਹਰ ਇੱਕ ਬੰਦਾ ਬੰਦੇ ਦੀ ਸੰਭਾਲ ਕਰ ਸਕਦਾ ਹੈ, ਪਸ਼ੂ ਨਹੀਂ ਕਰ ਸਕਦਾ, ਪਰਿੰਦਾ ਨਹੀਂ ਕਰ ਸਕਦਾ। ਬੰਦਾ ਹੀ ਬੰਦੇ ਦੀ ਬੋਲੀ ਨੂੰ ਸਮਝ ਸਕਦਾ ਅਤੇ ਬੰਦੇ ਦੇ ਦੁੱਖ ਨੂੰ ਬੰਦਾ ਹੀ ਸਮਝ ਸਕਦਾ ਹੈ, ਔਰ ਦੂਸਰੀ ਜੂਨ ਕੋਈ ਨਹੀਂ ਸਮਝ ਸਕਦੀ। ਇਹਦੇ ਬਾਰੇ ਵੀ ਸੰਤ ਸਾਨੂੰ ਸਮਝਾ ਰਹੇ ਹੈ। ਇੱਥੇ ਵੀ ਆ ਕੇ ਅਸੀਂ ਭੁੱਲ ਜਾਂਦੇ ਹਾਂ। ਕਿਸੇ ਨੇ ਕਬੀਰ ਸਾਹਿਬ ਨੂੰ ਫਰਮਾਇਆ, ਪੁੱਛਿਆ ਕਿ ਮਹਾਂਪੁਰਖ ਵੀ ਜਦੋਂ ਮਰਦੇ ਹੈ, ਜੇ ਹਿੰਦੂ ਹੁੰਦਾ ਤਾਂ ਅਗਨ ਦਾ ਦਿੰਦੇ ਹੈ, ਮੁਸਲਮਾਨ ਹੁੰਦਾ ਉਹਨੂੰ ਜ਼ਮੀਨ 'ਚ ਦਫਨ ਕਰ ਦਿੰਦੇ ਹੈ। ਆਮ ਲੋਕ ਵੀ ਇਸੇ ਤਰ੍ਹਾਂ ਹੀ ਹੁੰਦੇ ਹੈ। ਇਹਨਾਂ 'ਚ ਕੀ ਫਰਕ ਹੈ? ਇਹ ਫਕੀਰਾਂ ਨੂੰ ਪਤਾ ਹੈ ਕਿ ਕੀ ਫਰਕ ਹੈ। ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਮਰੇਂਗੇ ਮਰ ਜਾਏਂਗੇ ਰਾਜਾ ਰੈਂਕ ਫਕੀਰ,
ਇੱਕ ਚੜ੍ਹ ਸਿੰਘਾਸਨ ਜਾਏਂਗੇ, ਇੱਕ ਵਾਧੇ ਜਾਏ ਜੰਜੀਰ। ਭਾਈ ਇੱਥੋਂ ਦੁਨੀਆ ਤੋਂ ਜਾਣਾ ਹੈ। बड़े बड़े हौलीए पकंबर ऋषि मुनि संत महात्मा आए और अपना अपने पाठ दा करके चला गए। जो परमात्मा की ड्यूटी लगी, जितना चिर किसी की ड्यूटी लगी उन्नी उन्हें भुगतानी भुगतानी, और ये तब्दीली होनी होनी। मगर एक शहर की मिसाल देंदे है कि एक शहर दे विच बंदा खुला जाता है, वो शहर की ऐशो अशरत देखता है, सैर करता है। एक नूं पुलिस बन के लै जाती है, वो सीधे जेल विच लै जाते हैं। उन्होंने शहर की कोई ऐशो अशरत का पता नहीं है, ना वो शहर से कोई सैर कर सकता है, ना कोई चीज़ लैके खा सकता है। ये फकीरां की मिसाल दी है उसने। कबीर साहब जी फरमाउंदे है कि फकीर अपने घर खुले जाते हैं, जिहड़े मनमुख जीव ने उन्होंने कालजुग जाने जमदूत जड़े बन के लै जाते अपनी देश, और कीते कर्मां का लेखा करके उन्होंने सजा दे देंगे। ये फर्क है। ये संत सानू सब कुछ समझा रहे हैं। जो साढ़े दिल च गल्लां आउंदियां ने उन्हें पहला ही बाणी विच लिखिया है। ठीक है, असी बंदे नूं बंदा समझते हैं, बहुत सारे समझते हैं कि सानू की देना किसी ने, की इन्हां दे कोल हैगा, ये ठीक हैगा। जब तक साढ़े मन की ये भावना जाती नहीं, जब तक सानू पूरा विश्वास होंदा नहीं, इन्ने चਿਰ सानू मिलता भी कुछ नहीं। हाँ जी। तरी देह मानुख की गुर ने, ज्यों त्यों तेरा करे कल्याण। सतगुर ने एक मनुष्य जामा धार के वो तेरे फेरे वास्ते, तेरी कल्याण करने वास्ते आए। वो जिस तरह कोई भी बंदा कोई मकान लेंदा है, बेशक बनाने वाले ने बड़ा अच्छा बनाया है, पर लैन वाला कोई ना कोई तब्दीली करता है। कोई ज़मीन खरीदता है, ज़मीन बेशक मकान ज़मीन वाले ने बड़ी पद्धरी या साफ की है, पर लैन वाला भी कुछ ना कुछ उसकी तब्दीली करता है। इस तरह संत महापुरख जब भी दुनिया च आउंदे है, वो साढ़े ख्यालों की तब्दीली करते हैं। साईं बुल्ले शाह नूं जिस तरह शाह नैत ने कहा, बुलिया रब का की पाउणा, इधरों पुट्टना तो इधर लाउणा। पनीरी पुट्टद्यां पुट्टद्यां ही सबक दे दिता कि इत्थों पनीरी पुट के इधर लगाउणी है। असी अपना दुनिया चों मन पुट के परमात्मा की तरफ लगाना है। सिर्फ इन्ना ही फर्क हैगा। ये संत साड़ी तब्दीली करते हैं। जिधर साड़ा ख्याल होंदा है, उधरों साड़ा ख्याल पुट के दूजे पासे परमात्मा की तरफ लगा देंगे है। ये संतां दे विच शक्ति होंदी है, प्यार होंदा है, मुहब्बत नाल और बड़े तरीके नाल। कई सानू मसाला दे के समझा के साढ़े अंदर वो गल्लां पा के फिर साड़ी तब्दीली कर देंगे। असी डायरैक्ट नहीं समझ सकते, वो सानू कई मसाला दे के बाहर दीयां गल्लां दस के, आसे पासे दीयां गल्लां दस के, पशुआं दीयां परिंदे दीयां और कई गल्लां दस के सानू फिर साढ़े अंदर उस शक्ति नूं, उस गल नूं ठहरन का मौका मिलता है। हाँ जी। तरी देह मानुख की गुर ने, ज्यों त्यों तेरा करे कल्याण। सेवा कर पूजा कर उनकी, उन्हीं को गुर नानक जान। हजूर कई बार समझाते हैं जीव नूं कि जिस तरह कोई किसी दफ्तर विच अफसर लगा है, हुण वो दफ्तर दे अफसर की तब्दीली भी होनी है। गौरमेंट की मर्जी है, की पता उन्होंने उत्थों पुट के किते होर लगा दे, उत्थे कोई होर अफसर आ जाता है। जदों वो भी अफसर उहदे वर्गा काम करता है तो आम लोगों में ये विश्वास हो जाता
ਤੇ ਆਮ ਲੋਕ ਇਹ ਸਮਝਦੇ ਹੈ ਕਿ ਪਹਿਲਾ ਅਵਸਰ ਜਿਹੜਾ ਇਹ ਉਹਦੇ ਵਰਗਾ ਹੀ ਆ ਗਿਆ। ਹਜ਼ੂਰ ਜੋ ਸਮਝਾ ਰਹੇ ਹੈ ਕਿ ਸੰਤ ਮਹਾਂਪੁਰਖ ਪਿਛਲੇ ਜਿਤਨੇ ਵੀ ਆਏ ਹੈ, ਅੱਗੇ ਵੀ ਜੋ ਸੰਤ ਮਹਾਂਪੁਰਖ ਆਏ ਹੈ, ਅਗਰ ਉਹ ਵੀ ਉਹੋ ਹੀ ਕੰਮ ਕਰ ਰਹੇ ਹੈ ਅਤੇ ਉਹੀ ਉਪਦੇਸ਼ ਦੇ ਰਹੇ ਹੈ ਅਤੇ ਉਹੀ ਸਾਨੂੰ ਅਨੇਕ ਪਾਕ ਸਲਾਹ ਦੇ ਰਹੇ ਹੈ, ਤਾਂ ਸਾਨੂੰ ਸਾਰਿਆਂ ਨੂੰ ਹੀ ਸਮਝਣਾ ਚਾਹੀਦਾ ਕਿ ਸ਼ਾਇਦ ਤਬਦੀਲੀਆਂ ਕਰਕੇ ਉਹੀ ਆ ਗਏ। ਤਬਦੀਲੀ ਤਾਂ ਕਰਨੀ ਹੈ। ਤ੍ਰੇਤਾ ਯੁੱਗ ਦੇ ਵਿੱਚ ਸ਼੍ਰੀ ਰਾਮ ਚੰਦਰ ਸੀ, ਦੁਆਪਰ ਦੇ ਵਿੱਚ ਉਹੀ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਬਣ ਕੇ ਆ ਗਏ। ਹਰ ਇੱਕ ਜੋ ਵੀ ਸੰਤ ਮਹਾਂਪੁਰਖ ਹੈ ਉਸੇ ਜਨਮ ਵਿੱਚ ਨਹੀਂ। ਸਤਯੁਗ ਦੇ ਵਿੱਚ ਕਬੀਰ ਸਾਹਿਬ ਦਾ ਨਾਂ ਸਤਕ੍ਰਿਤ ਸਿੰਘ ਸੀ, ਉੱਥੋਂ ਉਹਦਾ ਨਾਮ ਬਦਲਿਆ, ਫਿਰ ਤ੍ਰੇਤਾ ਵਿੱਚ ਆ ਗਏ, ਉੱਥੇ ਨਾਮ ਬਦਲ ਗਿਆ। ਦੁਆਪਰ ਵਿੱਚ ਆ ਗਏ, ਉੱਥੇ ਨਾਮ ਬਦਲ ਗਿਆ। ਕਲਯੁਗ ਵਿੱਚ ਆਏ ਅਤੇ ਕਬੀਰ ਸਾਹਿਬ ਜੀ ਦੇ ਨਾਂ ਬਦਲ ਗਏ। ਹੁਣ ਇੱਕੋ ਹੀ ਨਾਂ ਤਾਂ ਹਰ ਯੁੱਗ ਵਿੱਚ ਰਹਿ ਨਹੀਂ ਸਕਦਾ, ਕਿਉਂਕਿ ਤਬਦੀਲੀ ਹੁੰਦੀ ਰਹੀ, ਨਾਂ ਵੀ ਬਦਲਦੇ ਰਹੇ, ਤਾਰਾ ਉਹੋ ਹੀ ਆਉਂਦੀ ਰਹੀ। ਹਾਂਜੀ। ਸੇਵਾ ਕਰ ਪੂਜਾ ਕਰ ਓਨ ਕੀ, ਓਨਹੀ ਕੋ ਗੁਰ ਨਾਨਕ ਜਾਨ। ਵੋਹੀ ਕਬੀਰ ਵੋਹੀ ਸਤਨਾਮਾ, ਸਭ ਸੰਤਨ ਕੋ ਵੋਹੀ ਪਛਾਨ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੈਨੂੰ ਚਾਹੀਦਾ ਹੈ ਕਿ ਜੋ ਸੰਤ ਮਹਾਂਪੁਰਖ ਸਾਨੂੰ ਪਿਛਲੇ ਸਲਾਹ ਮਸ਼ਵਰਾ ਦਿੰਦੇ ਸੀ, ਅਗਰ ਅੱਗੇ ਵੀ ਆ ਕੇ ਉਹੀ ਸਲਾਹ ਮਸ਼ਵਰਾ ਦਿੰਦੇ ਹੈ ਤਾਂ ਸਾਨੂੰ ਸਾਰਿਆਂ ਦਾ ਹੀ ਆਦਰ ਮਾਣ ਕਰਨਾ ਚਾਹੀਦਾ, ਔਰ ਸਾਰਿਆਂ ਨੂੰ ਹੀ ਉਹ ਸਮਝਣਾ ਚਾਹੀਦਾ ਕਿ ਉਹੋ ਹੀ ਸਮਝਣਾ ਚਾਹੀਦਾ ਕਿ ਉਹੀ ਰੂਪ ਸਾਨੂੰ ਆ ਕੇ ਸਾਨੂੰ ਕਿਸੇ ਨਾ ਕਿਸੇ ਚੋਲੇ ਵਿੱਚ ਆ ਕੇ ਸਮਝਾ ਰਹੇ। ਹਾਂਜੀ। ਵੋਹੀ ਕਬੀਰ ਵੋਹੀ ਸਤਨਾਮਾ, ਸਭ ਸੰਤਨ ਕੋ ਵੋਹੀ ਪਛਾਨ। ਸ਼ਬਦ ਅਭਿਆਸੀ ਮਹਾਂਪੁਰਖ ਜਿਹੜੇ ਹੈ ਉਹ ਸਾਡਾ ਭੇਦ ਖੋਲ੍ਹਦੇ ਹੈ, ਜਿੱਥੇ ਅਸੀਂ ਫਸੇ ਹੁੰਦੇ ਹਾਂ। ਹੁਣ ਅਸੀਂ ਇੱਕ ਨਾਂ ਨੂੰ ਲੈ ਕੇ ਬਹਿ ਗਏ ਹਾਂ, ਉਸੇ ਨਾਂ ਨੂੰ ਅਸੀਂ ਸਤਯੁਗ ਵਿੱਚ ਹੀ ਪੂਜਾ ਕਰਦੇ ਹਾਂ, ਉਸੇ ਨਾਂ ਨੂੰ ਅਸੀਂ ਤ੍ਰੇਤਾ 'ਚ ਵੀ, ਦੁਆਪਰ ਵਿੱਚ ਹੀ ਉਹ ਨਾਂ ਲਈ ਜਾਂਦੇ ਹਾਂ, ਕਲਯੁਗ ਵਿੱਚ ਹੀ ਉਹੀ ਨਾਂ ਲਈ ਜਾਂਦੇ ਹਾਂ। ਨਾਂ ਬਦਲ ਗਏ, ਚੋਲੇ ਬਦਲ ਗਏ, ਸਰੀਰ ਬਦਲ ਗਏ, ਹੋਰ ਸਰੀਰ ਵਿੱਚ ਆ ਗਏ। ਇੱਥੇ ਆ ਕੇ ਸਾਨੂੰ ਭੁੱਲ ਪੈ ਜਾਂਦੀ। ਅਸੀਂ ਉਸ ਨਾਂ ਨੂੰ ਆਵਾਜ਼ਾਂ ਮਾਰਦੇ ਰਹਿੰਦੇ ਹਾਂ, ਉਹ ਨਾਂ ਲੱਭਣਾ ਨਹੀਂ, ਉਹ ਨਾਂ ਹੋਰ ਬਣ ਜਾਂਦਾ, ਸਰੀਰ ਹੋਰ ਆ ਜਾਂਦਾ, ਹੋਰ ਕੌਮ ਮਜ਼ਹਬ ਦੇ ਵਿੱਚ ਆ ਜਾਂਦਾ। ਅਸੀਂ ਉਸੇ ਨੂੰ ਲੱਭਦੇ ਰਹਿੰਦੇ ਹਾਂ, ਇੱਥੇ ਆ ਕੇ ਅਸੀਂ ਭੁੱਲ ਜਾਂਦੇ। ਜਿਹੜੇ ਸੰਤ ਸਤਯੁਗ ਵਿੱਚ ਆਏ, ਅੱਜ ਅਸੀਂ ਉਹਨੂੰ ਲੱਭੀਏ, ਉਸ ਨਾਂ ਦੇ ਸਾਨੂੰ ਨਹੀਂ ਲੱਭਣੇ, ਭਾਵੇਂ ਸਾਡੇ ਕੋਲ ਹੀ ਬੈਠੇ ਹੋਣਗੇ। ਤ੍ਰੇਤਾ ਯੁੱਗ ਵਿੱਚ ਆਏ ਜਿਹੜੇ, ਉਸ ਨਾਂ 'ਤੇ ਅਸੀਂ ਪੁਕਾਰੀਏ, ਉਹ ਸਾਨੂੰ ਨਹੀਂ ਮਿਲਣੇ। ਦੁਆਪਰ ਦੇ ਜਿਹੜੇ ਆਏ ਹੈ, ਜੇ ਉਸ ਨਾਂ 'ਤੇ ਅਸੀਂ ਪੁਕਾਰੇ ਜਾਈਏ ਕਿ ਸਾਨੂੰ ਇਹ ਮਿਲ ਜਾਣ, ਅਤੇ ਉਹ ਸਾਨੂੰ ਨਹੀਂ ਮਿਲਣੇ। ਉਹ ਨਾਂ ਬਦਲ ਗਏ, ਚੋਲੇ ਸਰੀਰ ਬਦਲ ਗਏ, ਔਰ ਆ ਗਏ ਲੇਕਿਨ ਬਦਲ ਗਏ। ਸ਼੍ਰੀ ਗੁਰੂ ਰਵਿਦਾਸ ਨੇ ਵੀ ਆਪਣੀਆਂ ਨਿਸ਼ਾਨੀਆਂ ਦੱਸੀਆਂ, ਇਸੇ ਤਰ੍ਹਾਂ ਕਬੀਰ ਸਾਹਿਬ ਨੇ ਵੀ ਸਾਰੇ ਯੁੱਗਾਂ ਦੀਆਂ ਨਿਸ਼ਾਨੀਆਂ ਦੱਸੀਆਂ। ਉਹਨਾਂ ਵੀ ਆਪਣੇ ਜੰਝੂ ਦੱਸੇ ਕਿ ਸਤਯੁਗ ਵਿੱਚ ਸੋਨੇ ਦਾ ਜੰਝੂ ਸੀ, ਅਤੇ ਤ੍ਰੇਤਾ ਵਿੱਚ ਤਾਂਬੇ ਦਾ ਚਾਂਦੀ ਦਾ ਸੀ, ਅਤੇ ਦੁਆਪਰ ਦੇ ਵਿੱਚ ਤਾਂਬੇ ਦਾ ਆ ਗਿਆ, ਅਤੇ ਕਲਯੁਗ ਵਿੱਚ ਧਾਗੇ ਦਾ ਆ ਗਿਆ। ਸਾਰੇ ਸੰਤ ਮਹਾਂਪੁਰਖ ਹਰ ਯੁੱਗ ਦੇ ਵਿੱਚ, ਹੁਣ ਅਸੀਂ ਉਸ ਸੋਨੇ ਦੇ ਜੰਝੂ ਨੂੰ ਹੀ ਬਾਜਾਂ ਮਾਰਦੇ ਰਹਾਂਗੇ ਤਾਂ ਉਹ ਕਿੱਥੇ ਮਿਲੇਗਾ ਸਾਨੂੰ। ਜਾਂ ਚਾਂਦੀ ਦਾ ਜੰਝੂ ਸੀ, ਜਦੋਂ ਉਸ ਦਾ ਨਾਂ ਜਾਂ ਉਸ ਟਾਈਮ ਦਾ ਚੋਲਾ ਜਿਹੜਾ ਸਰੀਰ ਸੀ, ਅਸੀਂ ਉੱਥੇ ਆਵਾਜ਼ਾਂ ਮਾਰਦੇ ਰਹਾਂਗੇ, ਉਹ ਸਾਨੂੰ ਕਦੋਂ ਮਿਲੇਗਾ। ਉਹ ਤਾਂ ਦੂਸਰੇ ਚਰਮ 'ਤੇ ਆ ਗਏ ਹੈਗੇ।
ਇਹ ਸ਼ਬਦ ਅਭਿਆਸੀ ਮਹਾਂਪੁਰਖ ਸਾਡਾ ਭੇਦ ਜਿਹੜਾ ਇਹ ਖੋਲ੍ਹਦੇ ਹੈ ਕਿ ਤੂੰ ਇੱਥੇ ਵੀ ਆ ਕੇ ਫਸੇ, ਔਰ ਅਸੀਂ ਫਸੇ ਵੀ ਜ਼ਰੂਰ ਹੈਗੇ, ਸਾਰੀ ਦੁਨੀਆ ਫਸੀ ਹੈ। ਸਾਰੀ ਦੁਨੀਆ ਵੱਲ ਨਜ਼ਰ ਮਾਰੋ, ਤੁਸੀਂ ਕੀ ਕਰ ਰਹੇ ਹੈ। ਸ਼੍ਰੀ ਰਾਮ ਚੰਦਰ ਮਹਾਰਾਜ ਜੀ ਕਦੋਂ ਹੋਏ ਹੈ, ਕ੍ਰਿਸ਼ਨ ਜੀ ਕਦੋਂ ਹੋਏ ਹੈ, ਅਤੇ ਅਸੀਂ ਉਹਨਾਂ ਨੂੰ ਲੱਭਣ ਕਦੋਂ ਡਏ ਹਾਂ। ਇਹ ਇੱਕ ਨਹੀਂ, ਸਾਰੀ ਦੁਨੀਆ ਫਸੀ ਹੈ ਇਸ ਵਿੱਚ। ਔਰ ਜਿਹੜੇ ਸ਼ਬਦ ਅਭਿਆਸੀ ਮਹਾਂਪੁਰਖ ਨੇ ਉਹ ਸਾਨੂੰ ਕਹਿੰਦੇ ਨੇ ਬਕਤ ਦੇਖ, ਬਕਤ ਤੇ ਕੌਣ ਆਇਆ। ਅਗਰ ਉਹੋ ਜਿਹਾ ਕੰਮ ਹੁੰਦਾ ਹੈ, ਉਹੋ ਜਿਹਾ ਕੰਮ ਕਰਦਾ ਹੈ, ਤੇ ਫਿਰ ਤੂੰ ਸਮਝ ਲੈ ਕਿ ਉਹੀ ਆਏ। ਹਾਂਜੀ, ਵੋਹੀ ਕਬੀਰ ਵੋਹੀ ਸਤਨਾਮ, सब संतन को वही पहचान। तेरा काज उन्हीं से होगा, मत पट के तू तज अभिमान। गुरु साहब जी बड़े प्यार दे नाल फरमा रहे है कि तेरा काज उन्हां पासों ही होएगा जिहड़े वक्त ते आए होणगे। मत भड़के तू ताजे बमान, एवें ना भड़की, मान तरान छड़ दे। तेरा काज उही करनगे जो मौके पर होणगे। हजूर कई बार फरमाउंदे हुंदे सी कि कोई बंदा कोई इस्त्री के मैं राजे हरिचंद नाल शादी करनी है, हरिचंद नहीं आउणा। कोई बीमार के लुकवान दी जाने डॉक्टर कोलों असी दवाई लैनी है, तो वो लुकमान की बने मिलना। कोई कहे कि बड़ा धर्मी राजा सी जिहड़ा अच्छे फैसले करता सी, साडे मुकदमे का वो फैसला करेगा, तो उसने नहीं आना। सानू बकत का हाकम, बकत का डॉक्टर, बकत का इस्त्री नूं पति, इस तरह बकत का सानू कोई संत महापुरख साधु मिल जाए, वो सानू सलाह मशवरा दे देगा। अच्छा, असी उसे नूं समझांगे कि वो जिहड़े पिछे भी महात्मा हो गए है, शायद उन्हां वर्गी सानू सलाह मशवरा मिल रहा है, शायद वही चोला बदल के आए। और गल भी ठीक है, अदल बदल होंदा रहा, लेकिन सलाह मशवरा जिहड़े संत महापुरख देंदे है उस तरह का पिछे दसिया। जिहड़ा हाकम अच्छे काम कर जाता, दूसरा हाकम भी आ जाता है, वो भी उस तरह करता है, तो आम लोग उसनूं उहदे वर्गा समझते हैं कि ये भी उस वर्गा आ गया है। हाँ जी, तेरा काज उन्हीं से होगा, मत पट के तू तज अभिमान। चूके मत अवसर अब पाया, बढ़ कर इनसे कोई ना मिलान। गुरु साहब जी बड़े प्यार दे नाल फरमा रहे कि देखी किते वक्त गवा ना बैठे, इन्हां तों तैनूं होर कोई बड़ा मिलना नहीं जाएगा। ये समा गवा बैठी मनुष्य जन्म का, जो मनुष्य जन्म का समा तेरे ते आया, तू वक्त का फायदा ले लै। इन्हां कोलों तैनूं वड्डा कोई मिलना नहीं, फिर कित्थे मिलेगा, कदों मिलेगा? तेरा ये जन्म नहीं रहना, तेरा मौका ही नहीं है तैनूं ये मिलना हैगा, समा नहीं मिलना, की करेगा तू? हाँ जी, चूके मत अवसर अब पाया, पढ़ कर इनसे कोई ना मिलान। जो अब के तू गुर से चूका, तो परमेगा चारों खान। स्वामी जी महाराज सानू बड़े तरीके नाल समझा रहे है, भाई जे तू इस वक्त इस मनुष्य जन्म तो उक गया,
फिर तैनूं 84 भी जाना पएगा, 84 भी धक्के खांदा रहेगा। ये मनुष्य जन्म नहीं तैनूं मिलेगा। पौड़ी छुड़की हथ ना आवे आला जन्म गवाया। है मनुष्य जन्म की पौड़ी छुड़ जाएगी, फिर तेरे हथ नहीं आनी, ये आला जन्म तेरा एवें चला जाना है। जो भी सानू संत महापुरख समझा रहे है, ये उन्होंने तजर्बे है। देखी कि इस वक्त तू गवा ना बैठी। ये मनुष्य जन्म का जो समा मिलया है, देखिए इसनों किते गवाई ना, ਇਹਦਾ फायदा ले लें, ये तेन मुड़ के नहीं मिलना। हाँ जी। जो अब के तू गुर से चूका तो परमेगा चारों खान। फिर ऐसे गुर मिले ना कब ही, मान मान तू अब ही मान। गुरु साहब जी बड़े प्यार दे नाल फरमा रहे हैं कि फिर तैनों ऐसे महापुरख नहीं मिलने। ये तू मेरा कहना अब ही मान, जल्दी तू जल्दी मान ले। क्यों तेरा समा नहीं रहना, ना तैनूं ऐसे महापुरख मिलने हैगे। ये स्वामी जी महाराज के तजर्बे है, जो भी दस रहे हैं उन्होंने पत्थर ते लीक है। क्योंकि संतां नूं पता है कि जब साडा समा मनुष्य जन्म का चला जाएगा, फिर साढ़े हथ नहीं आएगा, ना साडा ये मेल मिलाप होएगा, ना सानू कोई ऐसे महात्मा मिलणगे, साधु मिलणगे, कुछ नहीं मिलना सानू। असी 84 भी चले जाना है। 84 के कुत्ते बिल्ले कीड़े मकोड़े पशु परिंदे भूत प्रेत 4 खाना दसिया है। 4 खाना विच तैनूं जाना पएगा। 4 खाना ने अंडे च जेर च सेध च उत पांच। कुछ जीव अंडियां चों पैदा होंदे है, सप ठूंगे मुर्गियां ते होर कई जीव पैदा होंदे है, और कुछ जेरे चों पैदा होंदे है, चूहे साने इंसान ते हवान वगैरह ते होर भी कई जीव पैदा होंदे है। कुछ मौसम की तब्दीली जद होंदी है, हज़ारां करोड़ां जीव पैदा हो जाते हैं मुड़ के नाल ही, गर्मी के नाल। और चौथी क्लास जिहड़ी है घास फूस सब्जियां फसल दरख्त वगैरह, ये 4 खाना ने, इन्हां दे विच सानू जाना पएगा। कद सानू फिर नंबर ये मनुष्य जन्म का मिलेगा, की पता कद मिलेगा। इस वास्ते संत कहते हैं भाई देखी किते मौका ना गवाई, ये मौका तेनों मिलना नहीं जे फिर। हाँ जी। फिर ऐसे गुर मिले ना कब ही, मान मान तू अब ही मान। पढ़ पढ़ पोथी गागा साखी, क्यों मन में तू तरता मान। गुरु साहब जी ये दुनिया की मिसाल दे रहे हैं। भाई पोथियां पढ़ पढ़ के साखियां गा गा के ते क्यों तू मान करदा है, क्यों तू मानी हो गया है। ਇਹਦੇ ਨਾਲ ਤੇ कुछ नहीं बनना। जब तक तू संत महापुरख जो तैनूं कहंदे है, जब तक वो मेहनत नहीं करता, अद तक तैनूं कुछ नहीं बन सकता। बाणी च लिखिया गुरु साहब ने, सतगुर को सब जग देखता, जेती आया संसार, पर डिठिया मुक्त नहीं होवी, जद शब्द ना तरे प्यार। संत सानूं बड़े तरीके नाल समझाउंदे है कि हर चीज़ देखण नाल नहीं तेरी आत्मा खुश हो सकती, उस चीज़ के बरताव विच लियाउण विच खुशी हो सकती है। असी दुनिया सारी देखती है, संतां महापुरखां दे असी मंदिर मस्जिदां फोटो वगैरह सब कुछ देखते हैं, पर सानू शांति नहीं आ सकती। जब तक असी जो सानू तरीका दसणगे अस उस तरीके ते चलीए ना, तो साढ़े अंदर कोई भी फायदा नहीं हो सकता।
ਗੁਰੂ ਸਾਹਿਬ ਜੀ ਫਰਮਾਉਂਦੇ, ਜਦ ਤੱਕ ਤੂੰ ਸ਼ਬਦ ਨਾਲ ਪਿਆਰ ਨਾ ਕਰੇਗਾ, ਸ਼ਬਦ ਦੀ ਮਿਹਨਤ ਨਾ ਕਰੇਗਾ, ਤੈਨੂੰ ਕਿਸੇ ਦਰਸ਼ਨ 'ਚੋਂ ਵੀ ਫਾਇਦਾ ਨਹੀਂ ਹੋ ਸਕਦਾ। ਤੂੰ ਜਦ ਸ਼ਬਦ ਦੀ ਕਮਾਈ ਕਰੇਗਾ, ਫਿਰ ਤੈਨੂੰ ਦਰਸ਼ਨ ਦਾ ਵੀ ਪਤਾ ਲੱਗੇਗਾ ਕਿ ਦਰਸ਼ਨ 'ਚ ਕੀ ਫਾਇਦਾ ਹੈਗਾ। ਹਾਂਜੀ। ਪੜ ਪੜ ਪੋਥੀ ਗਾਗਾ ਸਾਖੀ, ਕਿਉਂ ਮਨ ਮੇ ਤੂੰ ਧਰਤਾ ਮਾਨ। इसी मान ने ख्वार किया है, यही मान अब करता हान। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ, ਐ ਪੁਰਸ਼, ਇਸ ਮਾਨ ਨੇ ਹੀ ਤੈਨੂੰ ਖੁਆਰ ਕੀਤਾ ਹੈ, ਔਰ ਇਹ ਕਾਨੂੰਨ ਸਾਰੀ ਦੁਨੀਆ ਨੂੰ ਹੀ ਇਹ ਮਾਨ ਖੁਆਰ ਕਰਨ ਰਿਹਾ। ਹਰ ਇੱਕ ਬੰਦਾ ਜੋ ਕੰਮ ਕਰਦਾ ਉਹਦਾ ਮਾਣ ਕਰਦਾ ਹੈ, ਉਹਦਾ ਹੰਕਾਰ ਕਰਦਾ ਹੈ। ਪਰ ਸੰਤ ਕਹਿੰਦੇ ਹੈ, ਕੀਆ ਕਰਾਇਆ ਸਭ ਗਿਆ ਜਬ ਆਇਆ ਹੰਕਾਰ। ਇਹ ਪੁਰਸ਼ ਤੇਰਾ ਕੀਤਾ ਕਰਾਇਆ ਸਾਰਾ ਫੇਲ ਹੋ ਜਾਂਦਾ ਹੈ ਜਦੋਂ ਤੇਰੇ ਵਿੱਚ ਹੰਕਾਰ ਆਉਂਦਾ ਹੈ। ਔਰ ਆਉਂਦਾ ਜ਼ਰੂਰ ਹੈ। ਅਸੀਂ ਸਾਰੀ ਦੁਨੀਆ ਹੰਕਾਰ ਵਿੱਚ ਹੀ ਤੁਰ ਫਿਰ ਰਹੇ ਹਾਂ। ਜੇ ਕਿਸੇ ਦੇ ਘਰ ਦੇ 4 ਜੀਵ ਹੁੰਦੇ, ਉਹ ਹੀ ਹੰਕਾਰੀ ਹੋ ਜਾਂਦਾ। ਮੈਂ ਕੀ ਸਮਝਣਾ ਕਿਸੇ ਨੂੰ। ਜੇ ਕਿਸੇ ਪਾਸ ਦੌਲਤ ਮਾਇਆ ਆਉਂਦੀ ਹੈ, ਉਹ ਹੰਕਾਰੀ ਹੋ ਜਾਂਦਾ ਹੈਗਾ। ਜੇ ਕਿਸੇ ਦਾ ਕੋਈ ਰਿਸ਼ਤੇਦਾਰ ਹੀ ਤਗੜਾ, ਉਹਨੂੰ ਦੇਖ ਕੇ ਹੀ ਹੰਕਾਰੀ ਹੋ ਜਾਂਦਾ ਕਿ ਉਹ ਮੇਰੀ ਮਦਦ ਕਰੇਗਾ। ਹਰ ਕੰਮ ਦੇ ਵਿੱਚ ਜੀਵ ਨੂੰ ਹੰਕਾਰ ਲੈ ਰਿਹਾ। ਅਤੇ ਉਹ ਫਕੀਰ ਕਹਿੰਦੇ ਆ, ਤੂੰ ਹੰਕਾਰ ਕਰ ਹੀ ਨਾ ਕਿਸੇ ਚੀਜ਼ ਦਾ ਵੀ। ਜਦ ਵੀ ਤੂੰ ਹੰਕਾਰ ਕਰੇਗਾ, ਸਭ ਕੁਝ ਫੇਲ ਹੋ ਜਾਏਗਾ। ਔਰ ਸਵਾਮੀ ਜੀ ਮਹਾਰਾਜ ਇਹੀ ਫਰਮਾ ਰਹੇ ਹੈ ਕਿ ਇਸ ਮਾਣ ਨੇ ਤੁਹਾਨੂੰ ਖੁਆਰ ਕੀਤਾ ਹੈ, ਔਰ ਸਾਰੀ ਦੁਨੀਆ ਨੂੰ ਕਰ ਰਿਹਾ। ਇੱਕ ਨੂੰ ਨਹੀਂ, ਕਿਸੇ ਦਾ ਨਾਂ ਨਹੀਂ ਸੰਤ ਲੈ ਰਹੇ, ਸਾਰੀ ਦੁਨੀਆ ਨੂੰ ਕਹਿ ਰਹੇ ਹੈ। ਇਹ ਸਾਂਝੀ ਬਾਣੀ ਸੰਤਾਂ ਦੀ ਸਾਂਝੀ ਹੁੰਦੀ ਹੈ, ਔਰ ਜੋ ਕੁਝ ਵੀ ਕਹਿੰਦੇ ਆ ਉਹ ਸਾਰਿਆਂ ਨੂੰ ਕਹਿੰਦੇ ਆ। ਹਾਂਜੀ। इसी मान ने ख्वार किया है, यही मान अब करता हान। ताते प्यारे कहूँ बुझाई, ये इस्त गना पली ना जान। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਤਾਂ ਤੇ ਪਿਆਰੇ ਮੈਂ ਤੈਨੂੰ ਸਮਝਾ ਰਿਹਾ, ਅਗਰ ਤੂੰ ਇਸ ਜਨਮ ਤੋਂ ਖੁੰਝ ਗਿਆ, ਫਿਰ ਤੇਰੇ ਨਾਲ ਭਲੀ ਨਹੀਂ ਹੋਣੀ। ਇਹ ਮੌਕਾ ਤੇਰਾ ਲੰਘ ਗਿਆ, ਫਿਰ ਨਹੀਂ ਤੂੰ ਸਮਝੀ ਕਿ ਮੈਨੂੰ ਸੁੱਖ ਮਿਲੇਗਾ। ਫਿਰ ਤੈਨੂੰ 84 ਵਿੱਚ ਜਾਣਾ ਪਏਗਾ। 84 ਦੇ ਕੁੱਤੇ ਬਿੱਲੇ ਕੀੜੇ ਮਕੌੜੇ ਪਸ਼ੂ ਪਰਿੰਦੇ ਭੂਤ ਪ੍ਰੇਤ ਬਣਨਾ ਪਏਗਾ। ਹਾਂਜੀ। ताते प्यारे कहूँ बुझाई, ये इस्त गना पली ना जान। जल्दी करो कपट को छोड़ो, सरदा पाओ बढ़ाओ आन। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਹੈ ਕਿ ਜਲਦੀ ਕਰੋ, ਕਪਟ ਕੋ ਛੋੜੋ, ਆਪਣੇ ਅੰਦਰ ਸ਼ਰਧਾ ਪਾਓ, ਪਿਆਰ ਔਰ ਵਿਸ਼ਵਾਸ ਰੱਖੋ। ਸਾਡੇ ਅੰਦਰ ਉਹ ਸ਼ਰਧਾ ਨਹੀਂ, ਜਿਸ ਸ਼ਰਧਾ ਨਾਲ ਅਸੀਂ ਕੰਮ ਕਰਨਾ ਹੁੰਦਾ ਹੈ। ਅਗਰ ਅਸੀਂ ਉਹ ਸ਼ਰਧਾ ਨਾਲ ਕੰਮ ਕਰੀਏ, ਸਾਡਾ ਕੰਮ ਪੂਰਾ ਹੋ ਜਾਂਦਾ, ਕੋਈ ਕਮੀ ਨਹੀਂ ਰਹਿ ਸਕਦੀ। ਲੇਕਿਨ ਸਾਡੇ ਵਿੱਚ ਉਹ ਹੈ ਨਹੀਂ, ਆਉਂਦੀ ਨਹੀਂ। ਪਰ ਸੰਤ ਸਾਨੂੰ ਸਮਝਾਉਂਦੇ ਹੈ ਕਿ ਉਸ ਤਰੀਕੇ ਨਾਲ ਕੰਮ ਕਰ ਜਿਸ ਤਰ੍ਹਾਂ ਅਸੀਂ ਤੈਨੂੰ ਦੱਸਦੇ ਹਾਂ। ਜਦ ਤੇਰਾ ਇਹ ਜਨਮ ਛੁੱਟ ਗਿਆ, ਫਿਰ ਤੈਨੂੰ ਇਹ ਜਨਮ ਮਿਲਣਾ ਬਹੁਤ ਮੁਸ਼ਕਲ ਹੈ। ਐਸੇ ਜਨਮ ਦੇ ਵਿੱਚ ਕਰ ਸਕਦਾ ਜੋ ਕੁਛ ਕਰਨਾ ਹੈ। ਹਾਂਜੀ। जल्दी करो कपट को छोड़ो, सरदा पाओ बढ़ाओ आन।
इतने पर मन कहा न माने, तो फिर अपनी तू ही जान। ਸੰਤ ਬੜੇ ਤਰੀਕੇ ਨਾਲ ਸਾਨੂੰ ਸਮਝਾ ਰਿਹਾ ਹੈ, ਮੈਂ ਸਭ ਕੁਝ ਤੈਨੂੰ ਕਹਿ ਦਿੱਤਾ ਹੈ। ਅਗਰ ਤੂੰ ਇੰਨਾ ਕਹਿੰਦੇ ਹੋਇਆ ਵੀ ਤੂੰ ਨਾ ਸਮਝੇਗਾ ਤੇ ਫਿਰ ਤੇਰੀ ਮਰਜ਼ੀ ਹੈ, ਤੂੰ ਜਾਣ। ਜਿਸ ਤਰ੍ਹਾਂ ਕੋਈ ਬਜ਼ੁਰਗ ਆਪਣੇ ਪਰਿਵਾਰ ਨੂੰ ਸਮਝਾਉਂਦਾ ਹੈ, ਅਗਰ ਨਹੀਂ ਸਮਝਦੇ ਤੇ ਫਿਰ ਉਹ ਬਜ਼ੁਰਗ ਆਖਰ ਪਛਤਾਉਂਦਾ ਹੈ ਔਰ ਦੁਖੀ ਹੋ ਕੇ ਕਹਿੰਦਾ ਹੈ ਕਿ ਜਾਓ, ਤੁਹਾਡੀ ਮਰਜ਼ੀ ਹੈ, ਜਿੱਦਾਂ ਮਰਜ਼ੀ ਕਰੋ, ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ, ਮੈਂ ਤੁਹਾਡੇ ਵਾਸਤੇ ਕਹਿਣਾ। स्वामी जी महाराज बाणी च फरमा रहे हैं कि मैं सब कुछ ਤੁਹਾਨੂੰ समझा ਦਿੱਤਾ है, अगर तू नहीं समझदा तो फिर तेरी मर्जी है, तू जिदा मर्जी कर। हाँ जी। इतने पर मन कहा न माने, तो फिर अपनी तू ही जान। सिर पर तेरे हुक्म काल का, ताते मन तेरा नहीं मान। गुरु साहब जी बड़े प्यार दे नाल फरमा रहा, तेरे सिर दे उत्ते काल बैठा है, वो तैनू समझण नहीं देंदा। सैंत सारी जिंदगी ला देंदे है, पर शैतान बंदा 2 मिनट लाए 2 मिनटां च बदल देंदा बंदे। गुरु साहब जी फरमा रहे, तेरे सिर ते काल बैठा है, वो तैनू समझ आउण देंदा ही नहीं। तो साडा फर्ज है कि जो कुछ भी संत कहते हैं, असी औखे सौखे जिस तरह भी मर्जी है हो के असी उन्हां दा कहना मन के और चलण की कोशिश करिए, ताकि सानू कोई इस मनुष्य जन्म का फायदा मिल जाए। हाँ जी। सिर पर तेरे हुक्म काल का, ताते मन तेरा नहीं मान। एक बात जानी हम पाई, है तू बड़का बेईमान। स्वामी जी महाराज सब कुछ कह के साड़ियाँ हालतां देख के ते सानू कह रहा है कि मैं ये समझिया कि तू बहुत बेईमान है। जद वो मालिक तेरी मदद कर रहा, सब कुछ तेनू दे रहा, अच्छे सब कुछ तेरे नाल वर्ताव हो रहा, तेरी सेफ्टी वास्ते हर एक चीज़ तेन पैदा की उस मालिक ने, तू फिर भी वह शुकराना नहीं करता, फिर भी कभी उधर ध्यान नहीं किया। इस वास्ते स्वामी जी महाराज फरमा रहे हैं कि मैं ये बात सोची है कि तू बहुत बेईमान है। किसी को कहा जाता बेईमान जड़ा किसी नाल कोई काम करे, किसी का अच्छे काम करे, अच्छे काम माड़े तू बचावे, कि वह स्थान जोड़ा है बंदा वो याद नहीं रखता वह काम। जे नहीं याद रखता तो फिर उन्होंने की आम लोग कहते हैं कि ये काम बड़े होए है, बड़े किए है, बड़े अच्छे काम किए है, लेकिन ये बहुत बेईमान है। और संत भी कह रहे हैं कि असी सब कुछ तुहानू कहा, सब सारे तरीके नाल तैनू समझाया है, अगर तू ना समझे तो फिर असी यही समझांगे कि तू बहुत बेईमान है। हाँ जी। एक बात जानी हम पाई, है तू बड़का बेईमान। लगा रहेगा संग में गुर के, सहज सहज शायद मन मान। गुरु साहब जी बड़े प्यार दे नाल फरमा रहे हैं, लगा रहो गुर शरण में, लगा रहो लगा रहो।
ਸ਼ੈਦ ਸਹਿਜ ਸਹਿਜ ਸ਼ਹਿਦ ਮਨ ਮਨ। ਕਹਿੰਦੇ ਕਾਲੀ ਦੀ ਕੋਈ ਜ਼ਰੂਰਤ ਨਹੀਂ, ਜਲਦਬਾਜ਼ੀ ਦੀ ਜ਼ਰੂਰਤ ਨਹੀਂ, ਤੂੰ ਲਗਾ ਰਹੋ, ਸਹਿਜੇ 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 ਲਗਾ ਰਹੋ, ਸ਼ਾਇਦ ਇੱਕ ਦਿਨ ਤੇਰਾ ਕੰਮ ਬਣ ਜਾਏ। ਹਾਂਜੀ। लगा रहेगा संग में गुर के, सहज सहज शायद मान मान। राधा स्वामी कहे बुझाई, ऐसे जीव होए हैरान। स्वामी जी महाराज शब्द समाप्त करते हुए बड़े प्यार दे नाल फरमा रहे है कि असी कह के समझा दिता है कि जीव नूं समझ आउंदी नहीं है। संत बड़े तरीके नाल समझा रहे हैं, सहजे सहजे लगा रहो, शायद एक दिन तेरा मन मान जाए। लेकिन असी जल्दबाजी करते हैं, जल्दबाजी नाल असी रह जाते हैं, तुरदे भी हाँ फिर भी रह जाते हैं। जिस तरह हजूर आ बाणी विच लिखिया है कि जिस तरह कोई किसी दरिया नूं लंघना चाहुंदा है तो दरिया दे विच जांदा है, ठाठां दरिया दियां देख के फिर वापस आ जांदा, फिर दलेरी करदा, फिर दरिया जांदा, फिर वापस आ जांदा, ना रवार ना पार, तुरिया भी रहा और ना पार हो सकिया। ये हालत साड़ी होंदी है, असी तुरदे भी हाँ फिर वापस आ जाते हैं, फिर तुरदे हैं फिर वापस आ जाते हैं। आशिक नहीं वापस आउंदे, वो तुरे रहंदे है। एक ऐसी चाल फड़ लेंदे है जिस चाल नाल वो थकते नहीं, अकते नहीं, उठते नहीं, कोई परेशानी नहीं आउंदी, ऐसी चाल फड़ते है, वो चाल नाल तुरे रहंदे है। हाँ जी। राधा स्वामी कहे बुझाई, ऐसे जीव होए हैरान। हजूर एक पातशाह की साखी सुनाउंदे हुंदे सी। एक पातशाह दा दूसरे पातशाह नाल जंग होया तो हार गया। जिसले हार गया तो मंजे ते लेटिया सी, एक कीड़ी चढ़ रही ही कंध दे उत्ते, वो कीड़ी उपर जावे तो फिर डिग पवे, फिर वो चढ़ जावे तो फिर उपर जाके फिर डिग पवे। 6 बार वो कीड़ी डिगी तो 7वीं बार चढ़ी तो वो अपने चला गई उपर, वो उपर चला गई। तो पातशाह ने सोचा कि इस कीड़ी ने हौसला नहीं छड्डिया, ये 6 बार चढ़ती डिगी है तो फिर चढ़ी है, 7वीं बार चढ़ी तो उपर चला गई है। तो मैं पातशाह होंदा होई, सब कुछ मेरे पास होंदे होई, तो मैं क्यों हौसला छड्डिया हैगा। फिर उठ के उन्हें जंग किया, वो कामयाब हो गया। ये मिसाल साड़ी संत देंदे है कि बेशक तू डिगदा है फिर तुर पो, फिर तुर पो, फिर तुर पो, कोई गल नहीं, फिर एक दिन तू पहुँच जाएगा अपनी मंजिल मकसूद ते। हाँ जी। राधा स्वामी कहे बुझाई, ऐसे जीव होए